विद्यार्थियों ते अध्यापक साथियों, ਤੁਹਾਡਾ ਅਗਣਿਤ ਦੀ ਇਸ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ 9ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਤਹਿ ਖੇਤਰਫਲ ਸਰਫੇਸ ਏਰੀਆ ਬਾਰੇ ਪੜਾਂਗੇ। ਤਾਂ ਆਓ ਬੱਚਿਓ ਆਪਾਂ ਸ਼ੁਰੂ ਕਰੀਏ। ਅੱਜ ਬੱਚਿਓ ਅਸੀਂ ਲੰਬ ਚੱਕਰੀ ਬੇਲਣ ਦੀ ਸਤ੍ਹਾ ਦੇ ਖੇਤਰਫਲ ਬਾਰੇ ਪੜਾਂਗੇ। ਤਾਂ ਆਓ ਆਪਾਂ ਇਸ ਨੂੰ ਸ਼ੁਰੂ ਕਰਦੇ ਹਾਂ। ਤਾਂ ਅੱਜ ਅਸੀਂ ਲੰਬ ਚੱਕਰੀ ਬੇਲਣ ਦੀ ਸਤ੍ਹਾ ਦੇ ਖੇਤਰਫਲ ਬਾਰੇ ਪੜਾਂਗੇ। ਉਸ ਲੰਬ ਚੱਕਰੀ ਬੇਲਣ ਬਾਰੇ ਪੜਾਂਗੇ। ਇਸ ਦੀ ਬੱਕਰ ਸਤ੍ਹਾ ਦਾ ਖੇਤਰਫਲ ਦੇ ਸੂਤਰਫਲ ਬਾਰੇ, ਬੇਲਣ ਦੀ ਕੁੱਲ ਸਤ੍ਹਾ ਦੇ ਖੇਤਰਫਲ ਦੇ ਸੂਤਰ ਬਾਰੇ ਤੇ ਇਹਨਾਂ ਸੂਤਰਾਂ ਨਾਲ ਸੰਬੰਧਿਤ ਸਵਾਲ ਹੱਲ ਕਰਨੇ ਅਸੀਂ ਸਿੱਖਾਂਗੇ। ਤਾਂ ਬੱਚਿਓ ਅਸੀਂ ਸਭ ਤੋਂ ਪਹਿਲਾਂ ਅੱਜ ਦੇਖਦੇ ਹਾਂ ਵੀ ਲੰਬ ਚੱਕਰੀ ਬੇਲਣ ਕੀ ਹੁੰਦਾ ਹੈ। ਜੇਕਰ ਅਸੀਂ ਕਾਗਜ਼ ਦੀਆਂ ਕੁਝ ਚੱਕਰਕਾਰ ਸ਼ੀਟਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਖੜੇ ਦਾ ਢੇਰੀ ਲਗਾਈਏ ਤਾਂ ਇਸ ਤਰ੍ਹਾਂ ਸਾਨੂੰ ਇੱਕ ਲੰਬ ਚੱਕਰੀ ਬੇਲਣ ਪ੍ਰਾਪਤ ਹੋਵੇਗਾ। ਆਓ ਆਪਾਂ ਦੇਖੀਏ ਇਹਨੂੰ ਕਿਸ ਤਰ੍ਹਾਂ ਅਸੀਂ ਲੰਬ ਚੱਕਰੀ ਜਿਹੜਾ ਬੇਲਣ ਆ ਉਹ ਪ੍ਰਾਪਤ ਕਰ ਸਕਦੇ ਹਾਂ। ਤਾਂ ਸਾਡੇ ਕੋਲ ਚੱਕਰ ਦੀਆਂ ਸ਼ੀਟਾਂ ਹਨ ਜਿਹੜੀਆਂ ਨੂੰ ਅਸੀਂ ਇੱਕ ਦੂਜੇ ਦੇ ਉੱਪਰ ਰੱਖ ਰਹੇ ਹਾਂ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਸਾਹਮਣੇ ਦਿਖਾਈ ਦੇ ਰਹੀਆਂ ਹਨ। ਤਾਂ ਇਸ ਤਰ੍ਹਾਂ ਸਾਡੇ ਕੋਲ ਇੱਕ ਲੰਬ ਚੱਕਰੀ ਜਿਹੜਾ ਬੇਲਣਾ ਸਾਨੂੰ ਉਹ ਪ੍ਰਾਪਤ ਹੋ ਗਿਆ ਹੈ, ਕਿਉਂਕਿ ਬੱਚੇ ਜਿਹੜਾ ਇਹਦਾ ਜੋ ਆਧਾਰ ਹੈਗਾ ਉਹ ਚੱਕਰਕਾਰ ਸੀਗਾ ਸਾਡੇ ਕੋਲ। ਤਾਂ ਅਸੀਂ ਇਸ ਤਰ੍ਹਾਂ ਜੋ ਸ਼ੀਟਾਂ ਨੂੰ ਉੱਪਰ ਰੱਖਿਆ ਤਾਂ ਸਾਡੇ ਕੋਲ ਲੰਬ ਚੱਕਰੀ ਬੇਲਣ ਜਿਹੜਾ ਸਾਡੇ ਕੋਲ ਪ੍ਰਾਪਤ ਸਾਡੇ ਕੋਲ ਹੋ ਗਿਆ। ਤਾਂ ਆਪਾਂ ਉਸਨੂੰ ਦੁਬਾਰੇ ਦੇਖ ਰਹੇ ਹਾਂ ਉਸ ਤਰ੍ਹਾਂ। ਤਾਂ ਇਹ ਇਸ ਦਾ ਵਿੱਚ ਅਰਧ ਵਿਆਸ ਹੈ, ਇਹ ਇਸ ਦੀ ਅੱਗੇ ਉਚਾਈ ਹੈ, ਇਹ ਇਸ ਦੀ ਉਚਾਈ ਆ ਗਈ। ਹੁਣ ਦੇਖੋ ਜਿਹੜਾ ਆਧਾਰ ਆ ਅਤੇ ਇਸ ਦੀ ਉਚਾਈ ਆ ਇੱਕ ਦੂਜੇ ਨੂੰ ਬਿਲਕੁਲ ਲੰਬ 'ਤੇ ਹਨ, ਕਿਉਂਕਿ ਇਸ ਦਾ ਆਧਾਰ ਚੱਕਰਕਾਰ ਹੈ ਅਤੇ ਢੇਰੀ ਨੂੰ ਆਧਾਰ ਤੋਂ ਲੰਬ ਦੇ ਰੂਪ ਵਿੱਚ ਰੱਖਿਆ ਗਿਆ ਹੈ। ਇਸ ਕਰਕੇ ਇਸ ਨੂੰ ਲੰਬ ਚੱਕਰੀ ਬੇਲਣ ਕਹਿੰਦੇ ਆ। ਵੀ ਜਿਹੜਾ ਆਧਾਰ ਆ ਇਸ ਦੀ ਉਚਾਈ ਤੋਂ ਲੰਬ ਦੇ ਰੂਪ 'ਚ ਹੈ ਅਤੇ ਆਧਾਰ ਕੀ ਚੱਕਰਕਾਰ ਆ, ਤਾਂ ਅਸੀਂ ਇਹਨੂੰ ਲੰਬ ਚੱਕਰੀ ਬੇਲਣ ਕਹਿੰਦੇ ਹਾਂ। ਆਓ ਬੱਚੋ ਆਪਾਂ ਇਸ ਬਾਰੇ ਉਸਨੂੰ ਅੱਗੇ ਸਿੱਖਦੇ ਹਾਂ। ਹੁਣ ਸਵਾਲ ਸਾਡੇ ਕੋਲ ਉੱਠਦਾ ਹੈ ਵੀ ਕਿਸ ਪ੍ਰਕਾਰ ਦਾ ਬੇਲਣ ਲੰਬ ਚੱਕਰੀ ਨਹੀਂ ਹੁੰਦਾ ਜਿਸ ਦੀ ਉਚਾਈ ਆਧਾਰ ਤੋਂ ਸਮਕੋਣ 'ਤੇ ਨਾ ਹੋਵੇ। ਕਿਸ ਤਰ੍ਹਾਂ? ਇਹ ਅਸੀਂ ਦੇਖਿਆ ਸਾਹਮਣੇ, ਜਿਸ ਤਰ੍ਹਾਂ ਸਾਡੇ ਕੋਲ ਵੀ ਜਿਸ ਦੀ ਉਚਾਈ ਆ ਉਹ ਸਾਡੇ ਕੋਲ ਆਧਾਰ ਤੋਂ ਸਮਕੋਣ 'ਤੇ ਨਾ ਹੋਵੇ। ਤਾਂ ਇਹ ਸਾਡੇ ਕੋਲ ਜੋ ਬੇਲਣ ਹੈ ਇਹ ਦੇਖੋ ਤਿਰਛਾ ਹੈ। ਜਿਸ ਬੇਲਣ ਦਾ ਆਧਾਰ ਚੱਕਰੀ ਨਾ ਹੋਵੇ, ਤਾਂ ਇਹ ਸਾਨੂੰ ਬੇਲਣ ਸਾਹਮਣੇ ਦਿਖਾਈ ਦੇ ਰਿਹਾ ਹੈ। ਇਸ ਦਾ ਜੋ ਆਧਾਰ ਆ ਉਹ ਚੱਕਰੀ ਨਹੀਂ ਹੈ। ਦੂਸਰਾ ਬੇਲਣ ਅਸੀਂ ਦੇਖਿਆ ਉਸ ਦਾ ਜਿਹੜਾ ਆਧਾਰ ਆ ਉਹ ਵੀ ਚੱਕਰੀ ਨਹੀਂ ਹੈ। ਤਾਂ ਬੱਚੇ ਹੁਣ ਅਸੀਂ ਅੱਗੇ ਸਿੱਖਦੇ ਹਾਂ ਇਸ ਬਾਰੇ। ਇਸ ਅਧਿਆਏ ਵਿੱਚ ਸਿਰਫ ਲੰਬ ਚੱਕਰੀ ਬੇਲਣ ਦੇ ਪ੍ਰਸ਼ਨ ਹੀ ਹੱਲ ਕਰਾਂਗੇ। ਸਵਾਲਾਂ ਵਿੱਚ ਬੇਲਣ ਤੋਂ ਭਾਵ ਸਾਡਾ ਲੰਬ ਚੱਕਰੀ ਬੇਲਣ ਹੀ ਹੋਵੇਗਾ, ਕਿਉਂਕਿ ਸਵਾਲਾਂ ਵਿੱਚ ਸਾਨੂੰ ਕਈ ਵਾਰੀ ਸਿਰਫ ਬੇਲਣ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਸ ਤੋਂ ਭਾਵ ਸਾਡਾ ਲੰਬ ਚੱਕਰੀ ਬੇਲਣ ਹੀ ਉਹ ਹੁੰਦਾ ਹੈ। ਤਾਂ ਬੱਚੇ ਕੁਝ ਪਹਿਲਾਂ ਆਪਾਂ ਪੜ੍ਹਦੇ ਹਾਂ ਚੱਕਰ ਦੇ ਪ੍ਰਮਾਪ ਬਾਰੇ, ਖੇਤਰਫਲ ਬਾਰੇ, ਐਸ ਦੇ ਖੇਤਰਫਲ ਬਾਰੇ, ਕਿਉਂਕਿ ਸਾਨੂੰ ਇਹਨਾਂ ਸਵਾਲਾਂ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈ। ਚੱਕਰ ਦਾ ਪਰਿਮਾਪ, ਤਾਂ ਸਾਨੂੰ ਚੱਕਰ ਸਾਹਮਣੇ ਦਿਖਾਈ ਦੇ ਰਿਹਾ ਹੈ। ਆਰ ਉਸ ਦਾ ਅਰਧ ਵਿਆਸ ਹੈ, ਚੱਕਰ ਦਾ ਪਰਿਮਾਪ ਕਿੰਨਾ ਹੋਗਾ ਸਾਡੇ ਕੋਲ 2 ਪਾਈ ਆਰ। ਦੁਬਾਰਾ ਆਪਾਂ ਇਸ ਤਰ੍ਹਾਂ ਦੇਖਦੇ ਹਾਂ ਇਸ ਨੂੰ। ਤਾਂ ਆਰ ਇਸ ਦਾ ਅਰਧ ਵਿਆਸ ਹੈ, ਤਾਂ ਚੱਕਰ ਦਾ ਪਰਿਮਾਪ ਸਾਡੇ ਕੋਲ 2 ਪਾਈ ਆਰ ਹੋ ਗਿਆ। ਚੱਕਰ ਦਾ ਖੇਤਰਫਲ, ਤਾਂ ਬੱਚੇ ਤੁਹਾਨੂੰ ਪਤਾ ਹੀ ਹੈ ਚੱਕਰ ਦਾ ਖੇਤਰਫਲ ਪਾਈ ਆਰ ਦੀ 2 ਹੁੰਦਾ ਹੈ। ਐਸ ਦਾ ਖੇਤਰਫਲ, ਤਾਂ ਐਸ 'ਚ ਲੰਬਾਈ ਅਤੇ ਚੌੜਾਈ ਹੁੰਦੀ ਹੈ, ਤਾਂ ਐਸ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ ਹੁੰਦਾ ਹੈ। ਤਾਂ ਹੁਣ ਬੱਚੋ ਅਸੀਂ ਸਿੱਖਦੇ ਹਾਂ ਬੇਲਣ ਦੀ ਬੱਕਰ ਸਤ੍ਹਾ ਦੇ ਖੇਤਰਫਲ ਦੇ ਸੂਤਰ ਦੀ ਰਚਨਾ ਕਿਸ ਤਰ੍ਹਾਂ ਹੁੰਦੀ ਹੈ। ਸਭ ਤੋਂ ਪਹਿਲਾਂ ਇੱਕ ਆਇਤਕਾਰ ਸ਼ੀਟ ਲਓ, ਉਸ ਨੂੰ ਲੰਬਾਈ ਵਾਲੇ ਪਾਸੇ ਤੋਂ ਮੋੜ ਕੇ ਬੇਲਣ ਬਣਾਓ। ਇਸ ਤਰ੍ਹਾਂ ਸਾਡੇ ਕੋਲ ਬੇਲਣ ਪ੍ਰਾਪਤ ਹੋ ਜਾਣਾ ਹੈ। ਇਸ ਤਰ੍ਹਾਂ ਬਣੀ ਸਤ੍ਹਾ ਨੂੰ ਬੇਲਣ ਦੀ ਬੱਕਰ ਸਤ੍ਹਾ ਕਿਹਾ ਜਾਂਦਾ ਹੈ। ਤਾਂ ਬੇਲਣ ਦੀ ਬੱਕਰ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਕਿੰਨਾ ਹੋ ਗਿਆ ਵੀ ਆਇਤਕਾਰ ਸ਼ੀਟ ਦੇ ਖੇਤਰਫਲ ਦੇ ਬਰਾਬਰ। ਜਿੰਨਾ ਆਇਤਕਾਰ ਸ਼ੀਟ ਦਾ ਖੇਤਰਫਲ ਹੈ ਸਾਡੇ ਕੋਲੇ ਉਹਨਾਂ ਬੇਲਣ ਦੀ ਸਤ੍ਹਾ ਦੇ ਖੇਤਰਫਲ ਸਾਡੇ ਕੋਲੇ ਹੋ ਗਿਆ। ਬੇਲਣ ਦੀ ਬੱਕਰ ਸਤ੍ਹਾ ਸੂਤਰ ਦਾ ਅਸੀਂ ਇਸਨੂੰ ਅੱਗੇ ਇਸਨੂੰ ਸਿੱਖਦੇ ਹਾਂ ਬੱਚਿਓ। ਤਾਂ ਬੇਲਣ ਦੀ ਬੱਕਰ ਸਤ੍ਹਾ ਦਾ ਖੇਤਰਫਲ ਬਰਾਬਰ ਹੈ ਆਇਤਕਾਰ ਸ਼ੀਟ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ। ਜੋ ਸਾਡੇ ਕੋਲ ਬੱਚਿਓ ਲੰਬਾਈ ਹੈ ਉਹ ਬੇਲਣ ਦੇ ਆਧਾਰ ਦੇ ਪਰਿਮਾਪ ਗੁਣਾ ਉਚਾਈ ਦੇ ਬਰਾਬਰ ਹੈ। ਤਾਂ ਬੇਲਣ ਦੇ ਆਧਾਰ ਦਾ ਪਰਿਮਾਪ 2 ਪਾਈ ਆਰ ਅਤੇ ਉਚਾਈ ਐਚ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਸੂਤਰ ਦੀ ਰਚਨਾ ਹੋ ਗਈ 2 ਪਾਈ ਆਰ ਐਚ। ਬੇਲਣ ਦੀ ਕੁੱਲ ਸਤ੍ਹਾ ਦੇ ਖੇਤਰਫਲ ਦਾ ਸੂਤਰ। ਬੱਚੋ ਸਾਨੂੰ ਬੇਲਣ ਦਿਖਾਈ ਦੇ ਰਿਹਾ ਹੈ।
इसका एक उपरला भाग चक्करकार है, एक इसका नीचे वाला भाग है, यह भी चक्करकार है। तो बेलन के साडे कोल कुल सतह तीन भाग हो गए, दो उपर वाला तो नीचे वाला, तो एक बेलन की वक्र सतह। हुण आपां इसदे कुल सतह के खेत्रफल के सूत्र की रचना करते हाँ। ये उपरी भाग है चक्करकार है, तो चक्कर का खेत्रफल पाई आर दी 2। ये नीचे वाला भाग भी चक्करकार है, उसका भी 2 पाई आर एच। तो बेलन की कुल सतह के खेत्रफल जिहड़ा सारे को सूत्र है वो साडे कोले इस तरह प्राप्त होता है। बेलन की वक्र सतह का खेत्रफल प्लस 2 गुणा 2 चक्करां का खेत्रफल, तो 2 पाई आर एच प्लस 2 पाई आर दी 2। तो 2 पाई आर असीं साझा लिया, तो साडे कोल रह गया एच प्लस आर। पाई का मुल बच्चों, क्योंकि इस सूत्र में पाई की बहुत ज़्यादा वरतों हो रही है, तो पाई एक अपरमेय संख्या है। तो गणना में पाई का मुल असी 22/7 या 3.14 के बराबर लेंदे हाँ। जे सवाल में पाई नहीं दिता गया तो पाई का मुल असी 22/7 लेना है। तो बच्चे हुण आपां कुछ सवाल हल असी करते हैं। असी धातु की एक चादर 1 मीटर उच्ची ਅਤੇ 140 सेंटीमीटर व्यास के आधार वाली एक वेलणकार टैंकी बनाई गई है। इस काम ਲਈ किन्ने वर्ग मीटर चादर की लोड़ है। तो बच्चों एक जी धातु की चादर नाल एक वेलणकार टैंकी बनाई हैगी, तो इस काम ਲਈ किन्ने वर्ग मीटर चादर की लोड़ होगी। तो जानी कि असीं जी वक्र सतह का खेत्रफल आ वो पता करना है। ये साडे कोल इस टैंकी बनाई है बच्चों असीं बेलनकार टैंकी है। तो बेलन की टैंकी की उचाई साडे कोले एच 1 मीटर है। बेलनकार टैंकी के आधार का व्यास 140 सेंटीमीटर। तो अर्ध व्यास कितना हो गया 140/2 70 सेंटीमीटर। बच्चों आप दोबारा इसनूं देखते हाँ। तो बेलनकार लोडिंग की चादर का खेत्रफल बेलन की कुल सतह का खेत्रफल बराबर 2 पाई आर एच प्लस आर। तो एच इसकी उचाई है बच्चों, आर इसका अर्ध व्यास है। तो अर्ध व्यास साढ़े को कितना है इसका 0.7 मीटर। तो ये साढ़े को अर्ध व्यास है साढ़े को 0 साढ़े को है। तो इस तरह का सवाल में असीं अगे तोरते हल करते हाँ। ये असीं इन्हां सारियां दा मुल भरिया 2 पाई आर एच प्लस आर। तो पाई का मुल 22/7, आर का मुल 0.7, एच का मुल 1 है, तो आर का 0.7 है। तो इस तरह जिहड़ा सवाल है वो असीं इसनूं हल इसनूं करते हैं। तो बच्चों साडे कोल जिहड़ा अगला सवाल है साडे कोल किसी बेलनकार थंब का व्यास 50 सेंटीमीटर है अते उचाई 3.5 मीटर है। 12.50 रुपए प्रति मीटर की दर नाल थंब की वक्र सतह नूं रंग कराउण दा खर्च पता असीं करना है। तो बच्चों देखो सानूं इसदा जिहड़ा व्यास दिता गया 50 सेंटीमीटर है अते उचाई 3.5 मीटर है। इसते जो असीं इस वक्र सतह रंग करवाउण दा खर्च है तो साडे कोले 12.5 रुपए प्रति मीटर की दर नाल दिता गया है। तो सब तो पहलां बच्चों असीं इस सवाल 'च की करांगे, जो साडे कोल बेलनकार थंब है उसकी वक्र सतह का खेत्रफल पता करांगे। जिन्ना खेत्रफल साडे कोल आ गया उसनूं असीं 12.50 दे नाल गुणा कर देवांगे, तो साडे कोल जिहड़ा कुल खर्चा वो साडे कोले आ जाना है। तो आओ आपां इस सवाल नूं हल करदे हां। इस तरह साडे कोल बेलनकार थंब है, इहदा उपरी भाग है, ये नीचे वाला भाग है। इत्थे असीं रंग नहीं करना, दोनों नूं असीं छड्ड देना है। इसकी बेलनकार थंब की उचाई है एच 3.5 मीटर। बेलनकार थंब का व्यास 50 सेंटीमीटर है। 50 आप दोबारा से देखते हैं, क्योंकि इसके असीं उपर के नीचे वाले भाग से बिल्कुल रंग नहीं करना है, तो असीं इन्हां नूं कट छड्ड दिता है। पहला उचाई इसकी 3.5 मीटर ली है, इसका व्यास असीं 50 सेंटीमीटर लिया है, तो अर्ध व्यास साडे कोले 25 सेंटीमीटर आ गया। तो 25 सेंटीमीटर नूं जदों असीं इहदे विच बदलदे हां मीटरां 'च तो 0.25 मीटर आ जाता है। तो थंब की वक्र सतह का खेत्रफल साडे कोले 2 पाई आर एच असीं इस मुल भरांगे। तो साडे कोले अगे सवाल नूं हल करके इसनूं देखते हैं कितना आ जाना साडे कोल।
2 गुणा 22/7 गुणा 0.25 गुणा 35/10। इस तरह ਅਸੀਂ ਅੱਗੇ ਇਹਨੂੰ ਹੱਲ ਕਰਦੇ ਹਾਂ ਤਾਂ ਸਾਡੇ ਕੋਲੇ 5.5 ਮੀਟਰ ਵਰਗ ਸਾਡੇ ਕੋਲ ਖੇਤਰਫਲ ਆ ਜਾਂਦਾ ਹੈ ਤੇ ਇਸ ਨੂੰ ਰੰਗ ਕਰਨ ਦਾ ਖਰਚ 12.5 ਰੁਪਏ ਹੈ। ਤਾਂ ਅਸੀਂ ਇਸ ਨੂੰ ਜਦੋਂ ਸਾਡੇ ਕੋਲ 1 ਮੀਟਰ ਵਰਗ ਖੇਤਰਫਲ ਨੂੰ ਰੰਗ ਕਰਨ ਦਾ ਖਰਚ ਸਾਡੇ ਕੋਲੇ 12.5 ਹੈ। ਪੰਜ 5 ਮੀਟਰ ਖੇਤਰਫਲ ਨੂੰ ਰੰਗ ਕਰਨ ਦਾ ਖਰਚ ਸਾਡੇ ਕੋਲ ਕਿੰਨਾ ਆਵੇਗਾ ਤਾਂ ਅਸੀਂ ਇਸ ਨੂੰ ਅੱਗੇ ਗੁਣਾ ਕਰਾਂਗੇ। ਇਹ ਸਾਡੇ ਕੋਲ ਆ ਜਾਏਗਾ 68.75 ਰੁਪਏ। ਤਾਂ ਥੰਮ ਦੀ ਬੱਕਰ ਸਤ੍ਹਾ ਨੂੰ ਰੰਗ ਕਰਨ ਦਾ ਖਰਚ ਵਿੱਚ ਸਾਡੇ ਕੋਲ ਆ ਜਾਵੇਗਾ 68.75 ਰੁਪਏ। ਤਾਂ ਬੱਚੇ ਤੁਸੀਂ ਇਸ ਨੂੰ ਨੋਟ ਕਰ ਲਓ। ਸਕਰੀਨ 'ਤੇ ਜਿਹੜਾ ਸਵਾਲ ਆ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਤਾਂ ਦੁਬਾਰਾ ਤੁਸੀਂ ਉਸ ਨੂੰ ਆਪਾਂ ਇੱਕ ਵਾਰੀ ਦੇਖਦੇ ਹਾਂ। ਤੁਸੀਂ ਉਸ ਨੂੰ ਨੋਟ ਕਰ ਲੈਣਾ ਹੈ ਸਾਰਿਆਂ ਨੇ। ਤਾਂ ਇਸ ਤਰ੍ਹਾਂ ਸਾਡੇ ਕੋਲੇ ਥੰਮ ਦੀ ਬੱਕਰ ਸਤ੍ਹਾ ਨੂੰ ਰੰਗ ਕਰਾਉਣ ਦਾ ਕੁੱਲ ਖਰਚਾ ਸਾਡੇ ਕੋਲੇ 68.75 ਰੁਪਏ ਸਾਡੇ ਕੋਲੇ ਆਇਆ ਸਾਡੇ ਕੋਲੇ। ਤਾਂ ਬੱਚੇ ਤੁਸੀਂ ਨੋਟ ਕਰ ਲਓ ਸਾਰੇ ਇਸ ਸਮ ਨੂੰ। ਤਾਂ ਬੱਚੇ ਤੁਸੀਂ ਨੋਟ ਕਰ ਲਿਆ ਹੋਣਾ ਤਾਂ ਬਸ ਸਵਾਲ ਅਗਲਾ ਸਵਾਲ ਜਿਹੜਾ ਹੱਲ ਆ ਉਹ ਅਸੀਂ ਕਰਦੇ ਹਾਂ। ਤਾਂ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਬੱਚੋ, ਇੱਕ ਧਾਤੂ ਦੀ ਪਾਈਪ 77 ਸੈਂਟੀਮੀਟਰ ਲੰਬੀ ਹੈ। ਇਸ ਦਾ ਇੱਕ ਦੁਸਾਰ ਕਾਂਟ ਦਾ ਅੰਦਰੂਨੀ ਵਿਆਸ 4 ਸੈਂਟੀਮੀਟਰ ਹੈ ਅਤੇ ਬਾਹਰੀ ਵਿਆਸ 4.4 ਸੈਂਟੀਮੀਟਰ ਹੈ। ਪਤਾ ਕਰੋ ਅੰਦਰੂਨੀ ਬੱਕਰ ਸਤ੍ਹਾ ਦਾ ਖੇਤਰਫਲ, ਬਾਹਰੀ ਬੱਕਰ ਸਤ੍ਹਾ ਦਾ ਖੇਤਰਫਲ ਅਤੇ ਕੁੱਲ ਸਤ੍ਹਾ ਦਾ ਖੇਤਰਫਲ। ਤਾਂ ਬੱਚੋ ਦੇਖੋ ਅਸੀਂ ਜੋ ਪਾਈਪ ਨੂੰ ਦੇਖ ਕੇ ਵੀ ਇਹ ਕੀ ਇੱਕ ਜਿਸ ਤਰ੍ਹਾਂ ਆਪਾਂ ਕੋਈ ਪਾਈਪ ਦੇਖ ਲੈਂਦੇ ਹਾਂ, ਕੋਈ ਪਾਣੀ ਵਾਲੀ ਪਾਈਪ ਆ ਜਾਂ ਕੋਈ ਹੋਰ ਪਾਈਪ ਆ, ਤਾਂ ਇਹ ਇੱਕ ਵਿੱਚੋਂ ਖਾਲੀ ਪਾਈਪ ਹੈ। ਇਸ ਦਾ ਅੰਦਰੂਨੀ ਜਿਹੜਾ ਬਾਹਰੀ ਜਿਹੜਾ ਸਾਨੂੰ ਵਿਆਸ ਆ ਉਹ ਦਿੱਤਾ ਗਿਆ ਹੈ। ਅਸੀਂ ਦੇਖਣਾ ਵੀ ਜਿਹੜੀ ਅੰਦਰੂਨੀ ਸਤ੍ਹਾ ਉਹਦੀ ਬੱਕਰ ਸਤ੍ਹਾ ਦਾ ਖੇਤਰਫਲ ਕਿੰਨਾ ਹੈ, ਜੋ ਬਾਹਰੀ ਸਤ੍ਹਾ ਰਹੇਗੀ ਸਾਡੇ ਕੋਲ ਉਹਦਾ ਖੇਤਰਫਲ ਕਿੰਨਾ ਹੈ, ਅਤੇ ਜਿਹੜੀ ਕੁੱਲ ਸਤ੍ਹਾ ਸਾਡੇ ਕੋਲ ਉਹਦਾ ਖੇਤਰਫਲ ਕਿੰਨਾ ਹੈ। ਤਾਂ ਬੱਚੇ ਧਿਆਨ ਨਾਲ ਸਵਾਲ ਨੂੰ ਨੋਟ ਕਰਨਾ ਅਤੇ ਇਹਨੂੰ ਧਿਆਨ ਨਾਲ ਸਮਝਣਾ ਵੀ। ਤਾਂ ਹੁਣ ਆਪਾਂ ਸਵਾਲ ਨੂੰ ਅੱਗੇ ਇਸ ਨੂੰ ਹੱਲ ਕਰਦੇ ਹਾਂ। ਸਾਡੇ ਕੋਲ ਇਸ ਪ੍ਰਕਾਰ ਪਾਈਪ ਹੈ ਸਾਡੇ ਕੋਲ। ਦੁਬਾਰਾ ਆਪਾਂ ਦੇਖਦੇ ਹਾਂ ਬੱਚਿਓ। ਤਾਂ ਇਹ ਪਾਈਪ ਹੈ ਅੰਦਰੂਨੀ ਸਾਡੇ ਕੋਲ। ਦੇਖੋ ਇਹ ਵਿੱਚੋਂ ਜਿਹੜੀ ਆਹ ਇੱਕ ਭਾਗ ਹੈ ਇਹਦਾ ਉਹ ਖਾਲੀ ਭਾਗ ਹੈ ਸਾਡੇ ਕੋਲ। ਤਾਂ ਜੋ ਬੇਲਣ ਦੀ ਪਾਈਪ ਦੀ ਉਚਾਈ ਹੈ, ਤਾਂ ਦੁਬਾਰਾ ਇਸ ਨੂੰ ਨੋਟ ਕਰੋ ਬੱਚਿਓ। ਬੇਲਣ ਦੀ ਪਾਈਪ ਦੀ ਉਚਾਈ H 77 ਸੈਂਟੀਮੀਟਰ ਹੈ, ਅੰਦਰੂਨੀ ਵਿਆਸ 4 ਸੈਂਟੀਮੀਟਰ ਹੈ, ਅੰਦਰੂਨੀ ਅਰਧ ਵਿਆਸ 2 ਸੈਂਟੀਮੀਟਰ ਹੈ, ਬਾਹਰੀ ਵਿਆਸ 4.4 ਸੈਂਟੀਮੀਟਰ ਹੈ। ਤਾਂ ਬਾਹਰੀ ਅਰਧ ਵਿਆਸ ਸਾਡੇ ਕੋਲ ਜਿਹੜਾ ਹੈਗਾ ਉਹ 2.2 ਸਾਡੇ ਕੋਲ ਸੈਂਟੀਮੀਟਰ ਸਾਡੇ ਕੋਲ ਆ ਜਾਣਾ ਹੈ। ਤਾਂ ਬੱਚੇ ਕੋਈ ਦੁਬਾਰਾ ਇਸ ਨੂੰ ਨੋਟ ਕਰ ਲਓ। ਜੋ ਬੇਲਣਕਰ ਪਾਈਪ ਦੀ ਉਚਾਈ ਹੈ ਸਾਨੂੰ ਸਾਹਮਣੇ ਸਕਰੀਨ 'ਤੇ ਦਿਖਾਈ ਦੇ ਰਹੀ ਹੈ। ਇਸ ਦੀ ਉਚਾਈ ਹੈ ਸਾਡੇ ਕੋਲ ਇਹ 77 ਸੈਂਟੀਮੀਟਰ ਹੈ। ਅੰਦਰੂਨੀ ਜੋ ਵਿਆਸ ਹੈ ਇਸਦਾ ਸਾਡੇ ਕੋਲ 4 ਹੈ। ਅਰਧ ਵਿਆਸ ਸਾਡੇ ਕੋਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਸਾਡੇ ਕੋਲ ਰਹਿ ਜਾਣਾ ਹੈਗਾ। ਅੰਦਰੂਨੀ ਵਿਆਸ 4 ਸੈਂਟੀਮੀਟਰ ਹੈ ਤਾਂ ਅੰਦਰੂਨੀ ਅਰਧ ਵਿਆਸ ਸਾਡੇ ਕੋਲ 2 ਸੈਂਟੀਮੀਟਰ ਹੈ। ਬਾਹਰੀ ਵਿਆਸ 4.4 ਸੈਂਟੀਮੀਟਰ ਹੈ ਅਤੇ ਬਾਹਰੀ ਅਰਧ ਵਿਆਸ ਸਾਡੇ ਕੋਲ 2.2 ਸੈਂਟੀਮੀਟਰ ਹੈ। ਹੁਣ ਆਪਾਂ ਸਵਾਲ ਨੂੰ ਹੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਬੱਚਿਓ ਅਸੀਂ ਅੰਦਰੂਨੀ ਬੱਕਰ ਸਤ੍ਹਾ ਦਾ ਖੇਤਰਫਲ ਆ ਉਹ ਅਸੀਂ ਪਤਾ ਕਰਦੇ ਹਾਂ। ਤਾਂ ਸਾਨੂੰ ਪਤਾ ਸਾਡੇ ਕੋਲ ਜੋ ਅੰਦਰੂਨੀ ਸਤ੍ਹਾ ਦਾ ਬੱਕਰ ਸਤ੍ਹਾ ਦਾ ਖੇਤਰਫਲ ਹੈ 2πRH ਹੁੰਦਾ ਹੈ। ਅਸੀਂ ਇਹਦੇ ਵਿੱਚ ਪਾਈ ਦਾ ਮੁੱਲ ਭਰਿਆ, R ਦਾ ਮੁੱਲ ਭਰਿਆ, H ਦਾ ਮੁੱਲ ਭਰਿਆ। ਇਸ ਤਰ੍ਹਾਂ ਸਾਡੇ ਕੋਲ ਜਿਹੜਾ ਮੁੱਲ ਆ ਉਹ ਅਸੀਂ ਇਸ 'ਚ ਭਰਦੇ ਹਾਂ। ਦੁਬਾਰਾ ਨੋਟ ਕਰੋ ਬੱਚਿਓ ਇਸ ਨੂੰ। ਅੰਦਰੂਨੀ ਬੱਕਰ ਸਤ੍ਹਾ ਦਾ ਖੇਤਰਫਲ 2πRH, ਪਾਈ ਦਾ ਮੁੱਲ ਸਾਡੇ ਕੋਲ 22/7 ਹੈ, R ਅੰਦਰੂਨੀ ਅਰਧ ਵਿਆਸ 2 ਹੈ ਅਤੇ H ਸਾਡੇ ਕੋਲ 77 ਹੈ। 7 ਨੂੰ ਅਸੀਂ ਇਸ ਤਰ੍ਹਾਂ 77 ਨਾਲ ਅਸੀਂ ਇਹਨੂੰ ਕੈਂਸਲ ਕਰ ਸਕਦੇ ਹਾਂ, 11 ਸਾਨੂੰ ਪ੍ਰਾਪਤ ਹੋ ਜਾਣਾ ਹੈ।
ਤਾਂ 2 ਗੁਣਾ 22 ਗੁਣਾ 2 ਸਾਡੇ ਕੋਲ 88, 88 ਗੁਣਾ 11 ਸਾਡੇ ਕੋਲ 968 ਸੈਂਟੀਮੀਟਰ ਵਰਗ ਸਾਡੇ ਕੋਲ ਅੰਦਰੂਨੀ ਬਕਸ ਸਤ੍ਹਾ ਦਾ ਖੇਤਰਫਲ ਜਿਹੜਾ ਸਾਨੂੰ ਪ੍ਰਾਪਤ ਆ ਉਹ ਹੋ ਗਿਆ ਹੈ ਬੱਚਿਓ। ਤਾਂ ਬੱਚਿਓ ਨੋਟ ਕਰ ਲਓ ਦੁਬਾਰਾ ਇਸ ਨੂੰ, ਤੁਹਾਡੇ ਲਈ ਦੁਬਾਰਾ ਇਸ ਨੂੰ ਅਸੀਂ ਪਲੇ ਕਰ ਰਹੇ ਹਾਂ। ਜਦੋਂ 88 ਨੂੰ ਅਸੀਂ 11 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 968 ਸੈਂਟੀਮੀਟਰ ਵਰਗ ਸਾਡੇ ਕੋਲ ਖੇਤਰਫਲ ਅੰਦਰੂਨੀ ਦਾ ਆ ਜਾਣਾ ਹੈ। ਹੁਣ ਬੱਚੋ ਅਸੀਂ ਬਾਹਰੀ ਬਕਸ ਸਤ੍ਹਾ ਦਾ ਖੇਤਰਫਲ ਜਿਹੜਾ ਉਹ ਪ੍ਰਾਪਤ ਪਤਾ ਕਰਦੇ ਹਾਂ। 2 ਪਾਈ ਵੱਡੀ RH, ਵੱਡੀ R ਸਾਡੇ ਕੋਲ ਬਾਹਰੀ ਅਰਧ ਵਿਆਸ ਹੈ, ਤਾਂ 2 ਗੁਣਾ 22/7 ਗੁਣਾ 2.2 ਗੁਣਾ 77। ਇਸ ਤਰ੍ਹਾਂ ਅਸੀਂ 7 ਨੂੰ 77 ਨਾਲ ਅਸੀਂ ਜਿਹੜਾ ਕੈਂਸਲ ਆਊਟ ਕਰਾਂਗੇ ਅਸੀਂ, ਤਾਂ ਜੇ ਅਸੀਂ ਇਹਦੇ ਨਾਲ ਗੁਣਾ ਕਰਾਂਗੇ ਸਾਡੇ ਕੋਲ 1064.68 ਸੈਂਟੀਮੀਟਰ ਸਾਡੇ ਕੋਲ ਜਿਹੜਾ ਹੈਗਾ ਸਾਡੇ ਕੋਲ ਆ ਜਾਣਾ ਹੈ। ਤਾਂ ਬੱਚੇ ਤੁਸੀਂ ਇੱਕ ਵਾਰੀ ਦੁਬਾਰਾ ਇਸ ਨੂੰ ਨੋਟ ਕਰ ਲਓ। ਬਾਹਰੀ ਬਕਸ ਸਤ੍ਹਾ ਦਾ ਖੇਤਰਫਲ 2 ਪਾਈ ਵੱਡੀ RH, 7 ਨੂੰ ਅਸੀਂ 77 ਨਾਲ ਕੈਂਸਲ ਕੀਤਾ 11, ਤਾਂ ਸਾਡੇ 2 ਗੁਣਾ 22 ਗੁਣਾ 2.2 ਸਾਡੇ ਕੋਲ 96.68 ਆ ਜਾਣਾ ਹੈ। ਜਦੋਂ ਅਸੀਂ ਇਸ ਨੂੰ 11 ਨਾਲ ਮਲਟੀਪਲਾਈ ਕਰਾਂਗੇ, ਗੁਣਾ ਕਰਾਂਗੇ, ਤਾਂ ਸਾਡੇ ਕੋਲ 1064.8 ਸੈਂਟੀਮੀਟਰ ਵਰਗ ਸਾਡੇ ਕੋਲ ਜਿਹੜਾ ਬਾਹਰੀ ਸਤ੍ਹਾ ਦਾ ਖੇਤਰਫਲ ਸਾਨੂੰ ਉਹ ਪ੍ਰਾਪਤ ਹੋ ਜਾਣਾ ਹੈ। ਤਾਂ ਨੋਟ ਕਰ ਲਓ ਬੱਚਿਓ ਇਸ ਨੂੰ ਜਲਦੀ ਇਸ ਕਾਪੀ 'ਤੇ ਆਪਣੇ। ਸਾਰੇ ਬੱਚੇ ਨੋਟ ਕਰ ਰਹੇ ਹੋ ਇਸ ਨੂੰ। ਜੇ ਅਸੀਂ 96 ਨੂੰ 96.8 ਇਹਨੂੰ 11 ਨਾਲ ਮਲਟੀਪਲਾਈ ਕਰਾਂਗੇ ਬੱਚੇ, ਤਾਂ ਸਾਡੇ ਕੋਲ ਜਿਹੜਾ 1064 ਆ ਉਹ ਪ੍ਰਾਪਤ ਆ ਜਾਣਾ ਹੈ। ਤਾਂ ਸਵਾਲ ਨੂੰ ਬੱਚੇ ਆਪਾਂ ਅੱਗੇ ਹੱਲ ਕਰਦੇ ਹਾਂ। ਹੁਣ ਸਾਡੇ ਕੋਲ ਹੈ ਕੁੱਲ ਸਤ੍ਹਾ ਦਾ ਖੇਤਰਫਲ, ਤਾਂ ਬੱਚੇ ਸਾਡੇ ਇਸ ਆ ਜਾਏਗਾ ਅੰਦਰੂਨੀ ਬਕਸ ਸਤ੍ਹਾ ਦਾ ਖੇਤਰਫਲ ਪਲੱਸ ਬਾਹਰੀ ਬਕਸ ਸਤ੍ਹਾ ਦਾ ਖੇਤਰਫਲ ਪਲੱਸ ਦੋਵਾਂ ਚੱਕਰਕਾਰ ਸਿਰਿਆਂ ਦੇ ਵਿਚਕਾਰਲਾ ਖੇਤਰਫਲ। ਤਾਂ ਬੱਚੇ ਸਾਡੇ ਕੋਲ ਕੁੱਲ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਆ ਜਾਣਾ ਗਾ ਅੰਦਰੂਨੀ ਬਕਸ ਸਤ੍ਹਾ ਦਾ ਖੇਤਰਫਲ ਪਲੱਸ ਬਾਹਰੀ ਬਕਸ ਸਤ੍ਹਾ ਦਾ, ਜੋ ਉਸਦੇ ਪਲੱਸ ਦੋਨੇ ਸਿਰੇ ਰਹਿ ਗਏ, ਜੋ ਦੋਨੇ ਚੱਕਰਕਾਰ ਸਿਰੇ ਉਹ ਖੋਖਲੇ ਆ ਗਏ, ਤਾਂ ਉਹਨਾਂ ਦੇ ਜੋ ਵਿਚਕਾਰਲਾ ਖੇਤਰਫਲ ਹੈ ਉਹ। ਤਾਂ ਅੰਦਰੂਨੀ ਬਕਸ ਦਾ ਖੇਤਰਫਲ 2 ਪਾਈ ਛੋਟੀ RH 2 ਪਾਈ ਕੈਪੀਟਲ RH ਪਲੱਸ 2 ਗੁਣਾ ਪਾਈ ਕੈਪੀਟਲ R ਮਾਈਨਸ R ਸਕੁਏਅਰ। ਤਾਂ ਇਹਦੇ ਵਿੱਚ ਅਸੀਂ ਸੂਤਰ ਦੇ ਵਿੱਚ ਬੱਚਿਓ ਕੀਮਤਾਂ ਭਰ ਕੇ ਸਵਾਲ ਨੂੰ ਹੱਲ ਕਰਾਂਗੇ। ਤਾਂ ਅੰਦਰੂਨੀ ਬਕਸ ਦਾ ਖੇਤਰਫਲ 2 ਪਾਈ RH ਪਲੱਸ 2 ਪਾਈ ਵੱਡੀ RH, ਤਾਂ ਅਸੀਂ ਅੰਦਰੂਨੀ ਸਤ੍ਹਾ ਦਾ ਬਕਸ ਦਾ ਖੇਤਰਫਲ ਪਤਾ ਕੀਤਾ ਬੱਚਿਓ ਪਹਿਲਾਂ 968, ਅਤੇ ਬਾਹਰੀ ਬਕਸ ਦਾ ਖੇਤਰਫਲ ਅਸੀਂ ਪਤਾ ਕਰ ਚੁੱਕੇ ਹਾਂ ਪਹਿਲਾਂ। ਤਾਂ ਬਾਕੀ ਅਸੀਂ ਕੀਮਤਾਂ ਭਰੀਆਂ ਵੱਡੀ R ਅਤੇ ਛੋਟੀ R ਦੀਆਂ, ਉਸ ਨੂੰ ਹੱਲ ਕਰਕੇ ਆਪਾਂ ਸਾਡੇ ਕੋਲ ਇਸ ਤਰ੍ਹਾਂ ਜਿਹੜਾ ਉਹ ਸਵਾਲ ਹੱਲ ਕਰਾਂਗੇ ਆਪਾਂ ਉਸ ਨੂੰ। ਤੁਸੀਂ ਨਾਲ ਦੀ ਨਾਲ ਇਸ ਨੂੰ ਆਪਣੀ ਕਾਪੀ 'ਤੇ ਹੱਲ ਕਰੋ ਬੱਚਿਓ। ਤਾਂ ਦੁਬਾਰਾ ਇੱਕ ਵਾਰੀ ਆਪਾਂ ਸਵਾਲ ਨੂੰ ਉਸ ਨੂੰ ਹੱਲ ਕਰਦੇ ਹਾਂ। ਤਾਂ ਕੁੱਲ ਸਤ੍ਹਾ ਦਾ ਖੇਤਰਫਲ ਅੰਦਰੂਨੀ ਬਕਸ ਸਤ੍ਹਾ ਦਾ ਖੇਤਰਫਲ ਪਲੱਸ ਬਾਹਰੀ ਬਕਸ ਸਤ੍ਹਾ ਦਾ ਖੇਤਰਫਲ ਪਲੱਸ ਦੋਵਾਂ ਸਿਰਿਆਂ ਦੇ ਵਿਚਕਾਰਲਾ ਖੇਤਰਫਲ। ਦੇਖੋ ਹਰ ਬੱਚੋ ਅਸੀਂ ਜੇਕਰ ਉੱਪਰਲੇ ਸਿਰੇ ਨੂੰ ਦੇਖ ਕੇ ਸਾਡੇ ਕੋਲ ਇਸ ਪ੍ਰਕਾਰ ਦਿਖਾਈ ਦੇਵੇਗਾ ਉਹ ਸਾਨੂੰ, ਕਿਉਂਕਿ ਉੱਪਰਲਾ ਅਤੇ ਨੀਚੇ ਵਾਲਾ ਸਿਰਾ ਉਹ ਖੋਖਲਾ ਹੈ। ਇਹ ਸਾਡੇ ਕੋਲ ਜੋ ਵੱਡੀ R ਹੈ ਬਾਹਰੀ ਅਰਧ ਵਿਆਸ, ਇਹ ਸਾਡੇ ਕੋਲ ਛੋਟੀ R ਹੈ ਜੋ ਅੰਦਰੂਨੀ ਅਰਧ ਵਿਆਸ ਹੈ। ਤਾਂ ਸਾਡੇ ਕੋਲ ਜੋ ਖੋਖਲਾ ਸਿਰਾ ਹੈ ਸਾਡੇ ਕੋਲ ਇਸ ਪ੍ਰਕਾਰ, ਇਹ ਉਸ ਦਾ ਖੇਤਰਫਲ ਹੈ ਉੱਪਰ ਵਾਲੇ ਭਾਗ 'ਤੇ
ਨੀਚੇ ਵਾਲੇ ਭਾਗ ਦਾ, ਕਿਉਂਕਿ ਉੱਪਰਲਾ ਜਿਹੜਾ ਸਿਰਾ ਸਾਡੇ ਕੋਲੇ ਉਹ ਵੀ ਖੋਖਲਾ ਹੈ ਤੇ ਨੀਚੇ ਵਾਲਾ ਵੀ ਹੈ। ਇਸ ਕਰਕੇ ਦੋਨਾਂ ਨੂੰ ਅਸੀਂ 2 ਨਾਲ ਗੁਣਾ ਕੀਤਾ ਹੈ, ਕਿਉਂਕਿ ਸਾਡੇ ਕੋਲੇ 2 ਉੱਪਰਲੇ ਤੇ ਹੇਠਲੇ ਸਿਰੇ ਹਨ। ਦੁਬਾਰਾ ਇਸ ਨੂੰ ਬੱਚੋ ਦੇਖੋ ਤੁਸੀਂ, ਤਾਂ ਥੋੜੀ ਟੈਕਨੀਕਲ ਪ੍ਰੋਬਲਮ ਕਰਕੇ ਸਲਾਈਡ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਬੱਚਿਓ। ਤਾਂ ਇਹ ਆਪਾਂ ਪਾਈ ਦੀ ਕੀਮਤ ਭਰੀ 22/7, ਜੋ ਸਾਡੇ ਕੋਲ ਕੈਪੀਟਲ ਆਰ ਹੈ, ਵੱਡੀ ਆਰ ਹੈ, ਉਹਦੀ ਕੀਮਤ ਅਸੀਂ ਭਰੀ 2.2, ਆਰ ਤੇ ਵਰਗ ਹੈ, ਵਰਗ ਕੀਤਾ। ਜੋ ਛੋਟੀ ਆਰ ਹੈ ਉਸ ਦੀ ਕੀਮਤ ਭਰੀ 2। ਜਦੋਂ ਅਸੀਂ 2.2 ਦਾ ਵਰਗ ਕਰਾਂਗੇ ਤਾਂ ਸਾਡੇ ਕੋਲ 4.84 ਸਾਨੂੰ ਪ੍ਰਾਪਤ ਹੋਣਾ ਮੁੱਲ ਉਸ ਦਾ। 2 ਦਾ ਵਰਗ 4, ਇੱਧਰ ਅਸੀਂ 2 ਨੂੰ 22 ਨਾਲ ਮਲਟੀਪਲਾਈ ਕੀਤਾ, ਇਹ ਸਾਡੇ ਕੋਲ 2 ਆ। ਜਦੋਂ ਅਸੀਂ 2 ਨੂੰ ਇਸ 22 ਨਾਲ ਮਲਟੀਪਲਾਈ ਕੀਤਾ ਸਾਡੇ ਕੋਲ ਬੱਚੋ 44 ਆ ਗਿਆ, ਸੌਖੇ ਸਾਰਿਆਂ ਨੂੰ। ਤਾਂ 7 ਸਾਡੇ ਕੋਲ ਨੀਚੇ ਪਏ ਹੈ ਬਿਲਕੁਲ। ਹੁਣ ਅਸੀਂ 4.84 ਦੇ ਵਿੱਚੋਂ 4 ਅਸੀਂ ਮਾਈਨਸ ਕੀਤਾ, ਅਤੇ ਇਹ ਸਾਡੇ ਕੋਲ ਰਹਿ ਜਾਣਾ ਗਾ 0.84। ਫਿਰ ਅਸੀਂ 84 ਨੂੰ 7 ਨਾਲ ਕਰਕੇ ਅਸੀਂ ਇਸਨੂੰ ਬੱਚੋ ਆਪਾਂ ਦੁਬਾਰਾ ਦੇਖਦੇ ਹਾਂ ਇੱਕ ਵਾਰੀ। ਥੋੜ੍ਹੀ ਟੈਕਨੀਕਲ ਪ੍ਰੋਬਲਮ ਕਰਕੇ ਸਾਨੂੰ ਥੋੜ੍ਹੀ ਸਮੱਸਿਆ ਇਸ ਵਿੱਚ ਆ ਰਹੀ ਹੈ ਸਲਾਈਡ ਦੇ ਵਿੱਚ। ਤਾਂ ਅਸੀਂ 0.84 ਨੂੰ 7 ਨਾਲ ਅਸੀਂ ਇਸ ਤਰ੍ਹਾਂ ਕੈਂਸਲ ਕਰਨਾ ਪਹਿਲਾਂ ਆਪਾਂ ਇਸ ਨੂੰ, ਤਾਂ ਸਾਡੇ ਕੋਲ 0.12 ਸਾਡੇ ਕੋਲ ਇਹ ਆ ਜਾਣਾ ਗਾ। ਅਸੀਂ 0.12 ਨੂੰ 44 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ 5.28 ਆ ਜਾਣਾ ਗਾ। ਤਾਂ ਪਹਿਲਾਂ ਸਾਡੇ ਕੋਲ ਅਸੀਂ ਅੰਦਰੂਨੀ ਬਕਸਾ ਦਾ ਖੇਤਰਫਲ ਪਹਿਲਾਂ, ਕਿਉਂਕਿ ਆਲਰੇਡੀ ਅਸੀਂ ਪ੍ਰਾਪਤ ਕਰ ਚੁੱਕੇ ਹਾਂ, ਸਾਡੇ ਕੋਲ 968 ਹੈ। ਬਾਹਰੀ ਬਕਸਾ ਦਾ ਖੇਤਰਫਲ ਅਸੀਂ 1064.8 ਉਹ ਵੀ ਪਹਿਲਾਂ ਪ੍ਰਾਪਤ ਕਰ ਚੁੱਕੇ ਹਾਂ, ਤਾਂ ਉਹ ਸਾਡੇ ਕੋਲ ਇੰਨਾ ਹੈ। ਅਸੀਂ ਜੇ ਦੋਨਾਂ ਦਾ ਜੋੜ ਕਰਾਂਗੇ ਸਾਡੇ ਕੋਲ 2032.8 ਸਾਡੇ ਕੋਲ ਇਹ ਆ ਜਾਣਾ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ 2032.8 ਦੇ ਵਿੱਚ ਅਸੀਂ ਜਦੋਂ 5.28 ਜੋੜਿਆ ਤਾਂ ਸਾਡੇ ਕੋਲ ਕੁੱਲ ਸਤ੍ਹਾ ਦਾ ਖੇਤਰਫਲ ਸਾਨੂੰ 2038.08 ਸੈਂਟੀਮੀਟਰ ਵਰਗ ਸਾਡੇ ਕੋਲ ਜਿਹੜਾ ਹੈਗਾ ਉਹ ਪ੍ਰਾਪਤ ਹੋ ਗਿਆ ਹੈ। ਤਾਂ ਬੱਚੇ ਤੁਸੀਂ ਸਵਾਲ ਨੋਟ ਕਰ ਲਿਆ ਸਾਰਿਆਂ ਨੇ? ਤਾਂ ਹੁਣ ਬੱਚੋ ਆਪਾਂ ਇੱਕ ਅੱਗੇ ਹੋਰ ਸਵਾਲ ਜਿਹੜਾ ਹੈਗਾ ਅਸੀਂ ਉਹ ਪ੍ਰਾਪਤ ਹੱਲ ਕਰਦੇ ਹਾਂ। ਸਾਡੇ ਕੋਲ ਸਵਾਲ ਆ ਗਿਆ, ਸਾਨੂੰ ਪ੍ਰਾਪਤ ਹੋਇਆ ਹੈ। ਇੱਕ ਲੰਬ ਚੱਕਰੀ ਵੇਲਣ ਦੀ ਬਕਰ ਸਤ੍ਹਾ ਦਾ ਖੇਤਰਫਲ 4.4 ਮੀਟਰ ਹੈ। ਜੇਕਰ ਵੇਲਣ ਦੇ ਆਧਾਰ ਦਾ ਅਰਧ ਵਿਆਸ 0.7 ਮੀਟਰ ਹੋਵੇ ਤਾਂ ਉਸ ਦੀ ਉਚਾਈ ਪਤਾ ਕਰੋ। ਤਾਂ ਬੱਚੋ ਇਸ ਸਵਾਲ ਵਿੱਚ ਸਾਨੂੰ ਕੀ ਦਿੱਤਾ ਹੋਇਆ, ਬਕਰ ਦੀ ਸਤ੍ਹਾ ਦਾ ਖੇਤਰਫਲ ਦਿੱਤਾ ਹੋਇਆ ਹੈ ਸਾਡੇ ਕੋਲ, ਉਸ ਦੇ ਆਧਾਰ ਦਾ ਅਰਧ ਵਿਆਸ ਵੀ ਸਾਨੂੰ ਦਿੱਤਾ ਹੋਇਆ ਹੈ ਵੇਲਣ ਦਾ, ਅਸੀਂ ਉਸ ਦੀ ਉਚਾਈ ਪਤਾ ਕਰਨੀ ਹੈ। ਤਾਂ ਇਸ ਵਾਸਤੇ ਬੱਚੇ ਆਪਾਂ ਸੂਤਰ ਕਿਹਦੀ ਵਰਤੋਂ ਕਰਾਂਗੇ? ਬਕਰ ਸਤ੍ਹਾ ਦੇ ਖੇਤਰਫਲ ਦੇ ਸੂਤਰ ਦੀ ਵਰਤੋਂ ਕਰਾਂਗੇ। ਤਾਂ ਅਸੀਂ ਉਹਦੇ ਸੂਤਰ ਦੀ ਵਰਤੋਂ ਕਰਕੇ ਇਸ ਵਿੱਚ ਆਰ ਦਾ ਮੁੱਲ ਭਰ ਦਿਆਂਗੇ, ਤਾਂ ਸਾਡੇ ਕੋਲ ਇਸ ਦੀ ਉਚਾਈ ਉਹ ਸਾਨੂੰ ਪ੍ਰਾਪਤ ਹੋ ਜਾਣੀ ਹੈ। ਤਾਂ ਆਓ ਆਪਾਂ ਬੱਚੇ ਇਸ ਨੂੰ ਹੱਲ ਕਰਦੇ ਹਾਂ ਸਵਾਲ ਨੂੰ। ਵੇਲਣ ਦੇ ਆਧਾਰ ਦਾ ਅਰਧ ਵਿਆਸ 0.7 ਮੀਟਰ, ਵੇਲਣ ਦੀ ਬਕਰੀ ਸਤ੍ਹਾ ਦਾ ਖੇਤਰਫਲ 4.4 ਮੀਟਰ ਵਰਗ। ਤਾਂ ਆਪਾਂ ਦੇਖੋ ਬੱਚੇ ਉਸ ਨੂੰ, ਵੇਲਣ ਦੇ ਆਧਾਰ ਦਾ ਅਰਧ ਵਿਆਸ 0.7 ਮੀਟਰ, ਵੇਲਣ ਦੀ ਬਕਰੀ ਸਤ੍ਹਾ ਦਾ ਖੇਤਰਫਲ 4.4 ਮੀਟਰ ਵਰਗ। ਅਸੀਂ ਇਹਦੇ ਵਿੱਚ ਇਸ ਤਰ੍ਹਾਂ ਮੁੱਲ ਭਰਾਂਗੇ, ਸਾਡੇ ਕੋਲ ਜਿਹੜਾ ਸਵਾਲ ਆ ਸਾਨੂੰ ਉਹ ਪ੍ਰਾਪਤ ਹੋ ਜਾਣਾ ਹੈ। ਬੱਚੇ ਆਪਾਂ ਸਵਾਲ ਨੂੰ ਦੁਬਾਰਾ ਹੱਲ ਕਰਦੇ ਹਾਂ। ਥੋੜ੍ਹੀ ਸਾਡੇ ਸਲਾਈਡ ਦੇ ਵਿੱਚ ਟੈਕਨੀਕਲ ਪ੍ਰੋਬਲਮ ਹੋਈ, ਸੋ ਤੋਂ ਮਾਫੀ ਚਾਹੁੰਦੇ ਹਾਂ ਬੱਚੇ ਉਸ ਅਧਿਆਪਕ ਸਾਥੀਆਂ ਤੋਂ, ਉਹ ਸਾਨੂੰ ਥੋੜ੍ਹੀ ਸਮੱਸਿਆ ਇਸ ਕਰਕੇ ਆ ਰਹੀ ਹੈ ਸਲਾਈਡ ਦੇ ਵਿੱਚ। ਤਾਂ ਸਵਾਲ ਦਾ ਬੱਚੇ ਸਾਨੂੰ ਕੀ ਹੈ, ਵੇਲਣ ਦੇ ਆਧਾਰ ਦਾ ਅਰਧ ਵਿਆਸ 0.7 ਮੀਟਰ ਹੈ, ਵੇਲਣ ਦੀ ਬਕਰੀ ਸਤ੍ਹਾ ਦਾ ਖੇਤਰਫਲ 4.4 ਮੀਟਰ ਵਰਗ ਸਾਡੇ ਕੋਲ ਹੈ। ਤਾਂ ਇਹਦੇ ਵਿੱਚ ਕਿਉਂਕਿ ਸਾਨੂੰ ਬਕਸਾ ਦਾ ਖੇਤਰਫਲ ਦਿੱਤਾ ਹੋਇਆ 4.4 ਅਸੀਂ ਮੁੱਲ ਭਰਿਆ, ਉਹਦੇ ਵਿੱਚ ਪਾਈ ਦਾ ਮੁੱਲ ਭਰਤਾ ਬੱਚੇ, ਅਸੀਂ ਆਰ ਦਾ ਮੁੱਲ ਭਰਿਆ, ਐਚ ਦਾ ਮੁੱਲ ਭਰਿਆ। ਐਚ ਅਸੀਂ ਪਤਾ ਕਰਨਾ ਹੈ, ਸਾਨੂੰ ਪਤਾ ਨਹੀਂ, ਐਚ ਹੀ ਰੱਖਣੀ ਅਸੀਂ। ਤਾਂ ਇਸ ਤਰ੍ਹਾਂ ਸਾਡੇ ਕੋਲ ਅਸੀਂ ਨੂੰ ਹੱਲ ਕੀਤਾ। ਤਾਂ ਸਾਡੇ ਕੋਲ ਹੱਲ ਕਰਕੇ ਜਿਹੜਾ ਸਵਾਲ ਆ ਸਾਡੇ ਕੋਲ ਉਹ ਸਾਡੇ ਕੋਲ ਵੇਲਣ ਦੀ ਉਚਾਈ ਹੈ ਸਾਡੇ ਕੋਲ 1 ਮੀਟਰ ਆ ਜਾਣੀ ਹੈ। 7 ਨਾਲ ਅਸੀਂ 7 ਨੂੰ ਕੈਂਸਲ ਕਰ ਦੇਣਾ ਹੈ, ਅਤੇ ਸਾਡੇ ਕੋਲ ਦੇਖੋ 44/10, ਜਦੋਂ ਅਸੀਂ 10 ਉੱਪਰ ਜਾ ਕੇ ਮਲਟੀਪਲਾਈ ਹੋ ਜਾਣਾ ਹੈਗਾ, 44 ਸਾਡੇ ਕੋਲ ਨੀਚੇ ਆ ਜਾਣਾ ਹੈ। ਅਤੇ ਇਸ ਤਰ੍ਹਾਂ ਵੇਲਣ ਦੀ ਉਚਾਈ ਸਾਡੇ ਕੋਲ 1 ਮੀਟਰ ਉਹ ਸਾਡੇ ਕੋਲ ਆ ਚੁੱਕੀ ਹੈ।
ਤਾਂ ਬੱਚਿਓ ਉਸ ਟੈਕਨੀਕਲ ਪ੍ਰੋਬਲਮ ਕਰਕੇ ਤੁਹਾਨੂੰ ਮਾਫੀ ਚਾਹੁੰਦੇ ਹਾਂ, ਸਾਡੇ ਕੋਲ ਸਲਾਈਡ ਦੇ ਵਿੱਚ ਪ੍ਰੋਬਲਮ ਆ ਰਹੀ ਸਾਡੇ ਕੋਲੇ। ਤਾਂ ਇਸ ਤਰ੍ਹਾਂ ਬੱਚਿਓ ਤੁਸੀਂ ਸਵਾਲ ਨੂੰ ਸਾਰਾ ਨੋਟ ਕਰ ਲਿਆ ਹੋਣਾਗਾ, ਤਾਂ ਨੋਟ ਕਰ ਲਓ ਜਲਦੀ ਇਸ ਨੂੰ। ਤਾਂ ਇਸ ਨਾਲ ਸਾਡੀ ਬੁੱਕ ਦੇ ਵਿੱਚ ਬੱਚੇ ਹੋਰ ਜਿਹੜੇ ਸਵਾਲ ਆ ਸਾਡੇ ਕੋਲੇ ਕਾਫੀ ਸਵਾਲ ਇਹਦੇ ਵਿੱਚ ਸਾਡੇ ਕੋਲ ਹੈਗੇ ਆ, ਤਾਂ ਤੁਸੀਂ ਜਿਹੜੇ ਅਭਿਆਸ ਦੇ ਕਾਫੀ ਜਿਹੜੇ ਸਾਰੇ ਸਵਾਲ ਆ ਉਹ ਤੁਸੀਂ ਹੱਲ ਕਰਨੇ ਹੈਗੇ। ਸਾਰਿਆਂ ਨੇ ਸਵਾਲ ਉਹ ਕਾਪੀ 'ਤੇ ਹੱਲ ਕਰਨੇ, ਤਾਂ ਆਪਣੇ ਟੀਚਰ ਨੂੰ ਚੈੱਕ ਕਰਕੇ ਦਿਖਾਉਣੇ ਹੈ। ਤਾਂ ਬੱਚਿਓ ਅਗਲੇ ਹਫਤੇ ਆਪਾਂ ਤਾਂ ਥੋੜ੍ਹੀ ਟੈਕਨੀਕਲ ਪ੍ਰੋਬਲਮ ਬੱਚਿਓ ਹੈਗੀ ਸਾਡੇ ਕੋਲ, ਤਾਂ ਬੱਚੇ ਆਪਾਂ ਇਸ ਨੂੰ ਦੁਬਾਰੇ ਆਪਾਂ ਇੱਕ ਵਾਰੀ ਤੁਹਾਨੂੰ ਸਵਾਲਾਂ ਨੂੰ ਹੱਲ ਕਰਕੇ ਦਿਖਾਉਂਦੇ ਹਾਂ ਥੋੜ੍ਹਾ ਜਿਹਾ। ਤਾਂ ਆਪਾਂ ਸਲਾਈਡ ਨੂੰ ਦੁਬਾਰੇ ਦੇਖਦੇ ਹਾਂ, ਕੁਝ ਪ੍ਰੋਬਲਮ ਕਰਕੇ ਸਾਡੇ ਕੋਲ ਸਵਾਲ ਆ, ਇੱਕ ਆਪਾਂ ਰਿਵੀਜ਼ਨ ਕਰਦੇ ਹਾਂ ਬੱਚੋ ਇਹਨਾਂ ਸਵਾਲਾਂ ਦੀ। ਤਾਂ ਸਭ ਤੋਂ ਪਹਿਲਾਂ ਬੱਚੋ ਆਪਾਂ ਹੱਲ ਕਰਦੇ ਹਾਂ ਇਸ ਨੂੰ। ਤਾਂ ਬੇਲਣ ਦੀ ਬਕਸਾ ਦਾ ਖੇਤਰਫਲ ਦਾ ਸੂਤਰ ਅਸੀਂ ਹੁਣ ਦੁਬਾਰੇ ਬੱਚੋ ਆਪਾਂ ਕੀਤਾ ਸੀ, ਰਿਵੀਜ਼ਨ ਦੁਹਰਾਈ ਕਰਦੇ ਹਾਂ। ਮੰਨ ਲਓ ਇੱਕ ਆਇਤਕਾਰ ਸ਼ੀਟ ਸਾਡੇ ਕੋਲ ਹੈ, ਉਸਦੀ ਲੰਬਾਈ ਵਾਲੇ ਪਾਸੇ ਤੋਂ, ਤਾਂ ਇੱਕ ਆਇਤਕਾਰ ਸ਼ੀਟ ਤੁਸੀਂ ਲਓ, ਫਿਰ ਉਸ ਨੂੰ ਲੰਬਾਈ ਵਾਲੇ ਪਾਸੇ ਤੋਂ ਮੋੜ ਕੇ ਇੱਕ ਬੇਲਣ ਬਣਾਓ। ਇਸ ਤਰ੍ਹਾਂ ਬਣੀ ਬਕਸਤਾ ਨੂੰ ਬੇਲਣ ਦੀ ਬਕਸਤਾ ਕਿਹਾ ਜਾਂਦਾ ਹੈ। ਤਾਂ ਬੇਲਣ ਦੀ ਬਕਸਾ ਦਾ ਖੇਤਰਫਲ ਆਇਤਕਾਰ ਸ਼ੀਟ ਦੇ ਖੇਤਰਫਲ ਦੇ ਬਰਾਬਰ ਸਾਡੇ ਕੋਲ ਹੈ ਸਾਡੇ ਕੋਲ ਬੱਚੇ। ਤਾਂ ਬੱਚੇ ਤੁਸੀਂ ਇਸ ਦੀ ਕਿਰਿਆ ਵੀ ਕਰਕੇ ਦੇਖ ਸਕਦੇ ਹੋ। ਜਿਵੇਂ ਤੁਹਾਨੂੰ ਕਾਪੀ ਦਾ ਇੱਕ ਪੇਜ ਹੈ, ਤੁਸੀਂ ਕਾਪੀ ਦੇ ਪੇਜ ਨੂੰ ਤੁਸੀਂ ਕਾਪੀ ਦੇ ਵਿੱਚੋਂ ਪਹਿਲਾਂ ਲਓ, ਤਾਂ ਉਸ ਨੂੰ ਮੋੜ ਕੇ ਦੇਖੋ, ਸਾਡੇ ਕੋਲ ਬੇਲਣ ਪ੍ਰਾਪਤ ਹੋ ਜਾਵੇਗਾ। ਜੋ ਸਾਡੇ ਕੋਲ ਬੇਲਣ ਪ੍ਰਾਪਤ ਹੋ ਰਿਹਾ ਹੈ, ਤਾਂ ਉਸ ਸਾਡੇ ਕੋਲ ਬੇਲਣ ਦੀ ਬਕਰ ਸਤ੍ਹਾ ਹੈ ਸਾਡੇ ਕੋਲ। ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਤਾਂ ਫਿਰ ਬੱਚੋ ਜਿਹੜੀ ਬੇਲਣ ਦੀ ਬਕਰ ਸਤ੍ਹਾ ਦਾ ਖੇਤਰਫਲ ਹੈ ਉਹ ਆਇਤਕਾਰ ਸ਼ੀਟ ਦੇ ਖੇਤਰਫਲ ਦੇ ਬਰਾਬਰ ਹੋ ਗਿਆ। ਤਾਂ ਬੱਚੇ ਦੇਖੋ, ਜਿਹੜੀ ਬੇਲਣ ਦੀ ਬਕਸਾ ਦਾ ਖੇਤਰਫਲ ਸਾਡੇ ਕੋਲ ਆਇਤਕਾਰ ਸ਼ੀਟ ਦੇ ਖੇਤਰਫਲ, ਤਾਂ ਜਿਹੜੀ ਆਇਤਕਾਰ ਸ਼ੀਟ ਦਾ ਖੇਤਰਫਲ ਕੀ ਹੁੰਦਾ ਬੱਚੋ, ਲੰਬਾਈ ਗੁਣਾ ਚੌੜਾਈ। ਤੇ ਜੋ ਸਾਡੇ ਕੋਲ ਆਇਤਕਾਰ ਸ਼ੀਟ ਦੀ ਲੰਬਾਈ ਹੈ, ਤਾਂ ਬੱਚੋ ਉਹ ਸਾਡੇ ਕੋਲ ਬੇਲਣ ਦੇ ਆਧਾਰ ਦਾ ਕੀ ਬਣ ਗਿਆ, ਸਾਡੇ ਕੋਲ ਇੱਕ ਪਰਿਮਾਪ ਸਾਡੇ ਕੋਲ ਹੈਗਾ ਗਾ, ਉਹ ਬਣ ਗਿਆ ਸਾਡੇ ਕੋਲ ਬੱਚੋ। ਤਾਂ ਬੇਲਣ ਦੇ ਆਧਾਰ ਦਾ ਪਰਿਮਾਪ ਕਿੰਨਾ ਹੁੰਦਾ ਗਾ, 2πr। ਉਚਾਈ ਕਿੰਨੀ ਬਣ ਗਈ ਇਸ ਦੀ, h, ਤਾਂ 2πrh। ਤਾਂ ਇਸ ਤਰ੍ਹਾਂ ਬੇਲਣ ਦੀ ਬਕਸਾ ਦਾ ਖੇਤਰਫਲ ਆ ਉਹ ਸਾਡੇ ਕੋਲ 2πrh ਸਾਡੇ ਕੋਲ ਬਣ ਗਿਆ। ਤਾਂ ਬੇਲਣ ਦੀ ਬਕਸਾ ਦੇ ਖੇਤਰਫਲ ਦਾ ਸੂਤਰ ਸਾਡੇ ਕੋਲ ਹੈਗਾ 2πrh। ਤਾਂ ਹੁਣ ਬੱਚੋ ਅੱਗੇ ਆਪਾਂ ਇਸ ਦੀ ਕੁੱਲ ਸਤ੍ਹਾ ਦੇ ਖੇਤਰਫਲ ਬਾਰੇ ਸਿੱਖਦੇ ਹਾਂ। ਬੇਲਣ ਦੀ ਕੁੱਲ ਸਤ੍ਹਾ ਦੇ ਖੇਤਰਫਲ ਦਾ ਸੂਤਰ, ਕਿਉਂਕਿ ਬੱਚੇ ਸਾਡੇ ਕੋਲ ਬੇਲਣ ਦੇ ਸਾਡੇ ਕੋਲ 3 ਭਾਗ ਹੈ। ਉੱਪਰੀ ਭਾਗ ਜੋ ਚੱਕਰਕਾਰ ਹੈ, ਨੀਚੇ ਵਾਲਾ ਭਾਗ ਜੋ ਚੱਕਰਕਾਰ ਹੈ, ਤੀਸਰਾ ਭਾਗ ਉਸਦੀ ਬਕਰ ਸਤ੍ਹਾ। ਤਾਂ ਅਸੀਂ ਇਹਨਾਂ ਤਿੰਨਾਂ ਭਾਗਾਂ ਨੂੰ ਜੋੜ ਕੇ ਅਸੀਂ ਕੁੱਲ ਸਤ੍ਹਾ ਦੇ ਖੇਤਰਫਲ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤਾਂ ਬੱਚਿਓ ਬੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਿਹਦੇ ਬਰਾਬਰ ਹੈ ਸਾਡੇ ਕੋਲ, ਬੇਲਣ ਦੀ ਬਕਰ ਸਤ੍ਹਾ ਦਾ ਖੇਤਰਫਲ ਜਮ੍ਹਾਂ 2 ਚੱਕਰਾਂ ਦਾ ਖੇਤਰਫਲ, ਕਿਉਂਕਿ ਉੱਪਰੀ ਭਾਗ ਵੀ ਚੱਕਰਕਾਰ ਹੈ ਅਤੇ ਨੀਚੇ ਵਾਲਾ ਭਾਗ ਵੀ ਚੱਕਰਕਾਰ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਬੇਲਣ ਦੀ ਬਕਰ ਸਤ੍ਹਾ ਦਾ ਖੇਤਰਫਲ ਸਾਡੇ ਕੋਲ 2πrh ਹੈ, ਅਤੇ ਚੱਕਰ ਦਾ ਖੇਤਰਫਲ ਬੱਚੋ ਸਾਨੂੰ ਪਤਾ ਹੀ ਹੈ πr ਦੀ 2 ਹੈ। ਤਾਂ ਇਹਦੇ ਵਿੱਚੋਂ ਅਸੀਂ ਕੀ ਸਾਂਝਾ ਲਿਆ, 2πr। ਤਾਂ ਪਹਿਲੇ ਭਾਗ 'ਚ ਸਾਡੇ ਕੋਲ h ਰਹਿ ਗਿਆ, ਦੂਸਰੇ ਭਾਗ 'ਚੋਂ r ਬਚ ਗਿਆ। ਤਾਂ ਸਾਡੇ ਕੋਲ ਇਸ ਪ੍ਰਕਾਰ ਬੇਲਣ ਦੀ ਕੁੱਲ ਸਤ੍ਹਾ ਦਾ ਜੋ ਖੇਤਰਫਲ ਸਾਡੇ ਕੋਲ ਬਣ ਗਿਆ 2πrh + r। ਤਾਂ ਬੱਚਿਓ ਆਪਾਂ ਇਹਦੇ ਨਾਲ ਸਵਾਲ ਜਿਵੇਂ ਸੰਬੰਧ ਪਹਿਲਾਂ ਅਸੀਂ ਟੈਂਕੀ ਵਾਲਾ ਕੀਤਾ ਸੀਗਾ, ਦੁਬਾਰੇ ਤੁਸੀਂ ਉਸ ਨੂੰ ਆਪਾਂ ਇੱਕ ਵਾਰ ਦੁਹਰਾਈ ਕਰਦੇ ਹਾਂ ਉਸ ਦੀ। ਤਾਂ ਧਾਤੂ ਦੀ ਇੱਕ ਚਾਦਰ ਨਾਲ 1 ਮੀਟਰ ਉੱਚੀ ਅਤੇ 140 ਸੈਂਟੀਮੀਟਰ ਵਿਆਸ ਦੇ ਆਧਾਰ ਵਾਲੀ ਇੱਕ ਬੰਦ ਬੇਲਣਕਾਰ ਟੈਂਕੀ ਬਣਾਈ ਗਈ ਹੈ। ਇਸ ਕੰਮ ਲਈ ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਹੋਵੇਗੀ। ਜਿਸ ਤਰ੍ਹਾਂ ਬੱਚੋ ਸਾਨੂੰ ਸਾਹਮਣੇ ਇੱਕ ਟੈਂਕੀ ਦਿਖਾਈ ਦੇ ਰਹੀ ਹੈ, ਕਿਉਂਕਿ ਟੈਂਕੀ ਕੀ ਆ, ਬੇਲਣਕਾਰ ਹੈ। ਤਾਂ ਇਸ ਦੀ ਉਚਾਈ ਸਾਡੇ ਕਿੰਨੀ ਹੋ ਗਈ, 1 ਮੀਟਰ। ਬੇਲਣ ਦੇ ਆਧਾਰ ਦਾ ਵਿਆਸ ਕਿੰਨਾ ਸਾਡੇ ਕੋਲ 140 ਸੈਂਟੀਮੀਟਰ। ਤਾਂ ਵਿਆਸ ਤੋਂ ਅਸੀਂ ਕਿਵੇਂ ਪਤਾ ਕਰ ਸਕਦੇ, ਅਰਧ ਵਿਆਸ 2 ਨਾਲ ਭਾਗ ਕਰਕੇ, ਤਾਂ 140/2 ਸਾਡੇ ਕੋਲ 70 ਸੈਂਟੀਮੀਟਰ ਆ ਗਿਆ। ਕਿਉਂਕਿ ਬੱਚੋ ਜੋ ਬੇਲਣ ਦੀ ਉਚਾਈ ਹੈ ਉਹ ਸਾਡੇ ਕੋਲ 1 ਮੀਟਰ ਹੈ, ਲੇਕਿਨ ਜਿਹੜਾ ਅਰਧ ਵਿਆਸ ਹੈ ਸੈਂਟੀਮੀਟਰਾਂ 'ਚ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਸੈਂਟੀਮੀਟਰ ਨੂੰ ਮੀਟਰ ਦੇ ਵਿੱਚ ਬਦਲਾਂਗੇ। ਤਾਂ ਅਸੀਂ 70 ਸੈਂਟੀਮੀਟਰ ਨੂੰ 100 ਨਾਲ ਭਾਗ ਕਰਤਾ, ਤਾਂ ਸਾਡੇ ਕੋਲ
0.7 ਮੀਟਰ ਸਾਡੇ ਕੋਲ ਜਿਹੜੀ ਅਰਧ ਵਿਆਸ ਸਾਡੇ ਕੋਲ ਪ੍ਰਾਪਤ ਹੋ ਗਿਆ ਹੈ। ਤਾਂ ਇਸ ਤਰ੍ਹਾਂ ਲੋੜੀਂਦੀ ਚਾਦਰ ਦਾ ਖੇਤਰਫਲ। ਤਾਂ ਬੱਚੋ ਬੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ, ਕਿਉਂਕਿ ਜਿਹੜੀ ਟੈਂਕੀ ਬਣਾਉਣ ਲਈ ਚਾਦਰ ਦੀ ਵਰਤੋਂ ਕੀਤੀ ਗਈ ਹੈ ਤਾਂ ਦਾ ਉੱਪਰੀ ਭਾਗ, ਨੀਚੇ ਵਾਲਾ ਭਾਗ ਤੇ ਬਕਰ ਸਤ੍ਹਾ ਦਾ ਖੇਤਰਫਲ, ਤਿੰਨਾਂ ਭਾਗਾਂ ਨੂੰ ਜੋੜ ਕੇ ਜਾਣੀ ਕਿ ਬੇਲਣ ਦੀ ਜਿੰਨੀ ਕੁੱਲ ਸਤ੍ਹਾ ਗਈ ਉਨੀ ਸਾਡੇ ਕੋਲ ਜਿਹੜੀ ਚਾਦਰ ਉਹ ਲੋੜੀਂਦੀ ਹੋਊਗੀ। ਤਾਂ ਉਹ ਸਾਡੇ ਕੋਲ ਬਣ ਗਿਆ 2πr h + r। ਤੇ ਬੱਚਿਓ ਆਪਾਂ ਇਹ 'ਚ ਮੁੱਲ ਭਰ ਸਕਦੇ ਹਾਂ। 2πr h + r। 2π ਦਾ ਮੁੱਲ ਅਸੀਂ 22/7 ਭਰਿਆ, r ਦਾ ਮੁੱਲ 0.7, h ਦਾ ਮੁੱਲ 1, r ਦਾ ਮੁੱਲ 0.7। ਤਾਂ ਬੱਚੋ ਅਸੀਂ ਜਦੋਂ ਅਸੀਂ 7 ਨੂੰ ਅਸੀਂ ਬਦਲਿਆ, ਕਿਉਂਕਿ 7 ਨੂੰ ਅਸੀਂ ਉਹਦੇ ਬਟੇ 10 ਲਾ ਕੇ 0.7 ਹੈ ਤਾਂ ਉਸ ਨੂੰ 10 ਨਾਲ ਭਾਗ ਕਰਤਾ, ਅਸੀਂ ਦਸ਼ਮਲਵ ਉਸ ਨੂੰ ਹਟਾ ਦਿੱਤਾ। 2 × 22 44 ਸਾਡੇ ਕੋਲ ਆ ਗਿਆ। ਇੱਕ ਦੇ ਵਿੱਚ 0.7 ਜੋੜਿਆ ਤਾਂ 1.7 ਆ ਗਿਆ। ਤਾਂ 7 ਨੂੰ ਅਸੀਂ ਬੱਚੋ 7 ਨਾਲ ਕੈਂਸਲ ਕੀਤਾ ਤਾਂ ਅੱਗੇ ਅਸੀਂ ਜੋ 4.4 ਨੂੰ 1.7 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲੇ 7.48 ਮੀਟਰ ਵਰਗ ਸਾਡੇ ਕੋਲੇ ਲੋੜੀਂਦੀ ਚਾਦਰ ਦਾ ਖੇਤਰਫਲ ਸਾਡੇ ਕੋਲ ਬੱਚੋ ਪ੍ਰਾਪਤ ਹੋ ਜਾਊਗਾ। ਤੁਸੀਂ ਇਸ ਨੂੰ ਕਾਪੀਆਂ 'ਤੇ ਨੋਟ ਕਰ ਲਓ ਤਾਂ ਜੋ ਲੋੜੀਂਦੀ ਚਾਦਰ ਆ ਸਾਡੇ ਕੋਲ ਖੇਤਰਫਲ ਸਾਡੇ ਕੋਲੇ 7.48 ਮੀਟਰ ਵਰਗ ਸਾਡੇ ਕੋਲੇ ਪ੍ਰਾਪਤ ਹੋ ਜਾਵੇਗਾ। ਤਾਂ ਬੱਚੇ ਤੁਸੀਂ ਸਾਰਾ ਕਾਪੀਆਂ 'ਤੇ ਨੋਟ ਕਰ ਲਿਆ ਹੋਣਾਗਾ। ਤਾਂ ਅਗਲਾ ਸਵਾਲ ਅਸੀਂ ਇਸ ਨੂੰ ਹੱਲ ਅਸੀਂ ਕਰਦੇ ਹਾਂ। ਕਿਸੇ ਬੇਲਣਕਾਰ ਥੰਮ ਦਾ ਵਿਆਸ 50 ਸੈਂਟੀਮੀਟਰ ਹੈ ਅਤੇ ਉਚਾਈ 3.5 ਮੀਟਰ ਹੈ। 12.50 ਰੁਪਏ ਪ੍ਰਤੀ ਮੀਟਰ ਵਰਗ ਦੀ ਦਰ ਨਾਲ ਥੰਮ ਦੀ ਬਕਰ ਸਤ੍ਹਾ ਨੂੰ ਰੰਗ ਕਰਾਉਣ ਦਾ ਖਰਚ ਪਤਾ ਕਰੋ। ਤਾਂ ਬੱਚੇ ਸਾਡੇ ਕੋਲ ਥੰਮ ਹੈ, ਥੰਮ ਦਾ ਅਸੀਂ ਉੱਪਰਲਾ ਤੇ ਨੀਚੇ ਵਾਲਾ ਭਾਗ ਦੇਖੋ, ਉੱਪਰਲਾ ਭਾਗ ਮੰਨ ਲਓ ਛੱਤ ਨਾਲ ਲੱਗਿਆ ਹੋਇਆ ਹੈ ਅਤੇ ਨੀਚੇ ਵਾਲਾ ਭਾਗ ਧਰਤੀ ਵਿੱਚ ਹੈ, ਉਹਨਾਂ 'ਤੇ ਰੰਗ ਨਹੀਂ ਹੋਣਾ ਹੈ। ਸਿਰਫ ਜੋ ਪਾਸੇ ਵਾਲੀ ਸਤ੍ਹਾ ਹੈ ਜਿਸ ਨੂੰ ਅਸੀਂ ਬਕਰ ਸਤ੍ਹਾ ਕਹਾਂਗੇ, ਸਿਰਫ ਉਸ 'ਤੇ ਰੰਗ ਹੋਣਾ ਹੈ। ਤਾਂ ਅਸੀਂ ਉਸ 'ਤੇ ਰੰਗ ਕਰਾਉਣ ਦਾ ਖਰਚ ਪਤਾ ਕਰਨਾ ਹੈ। ਤਾਂ ਸਾਨੂੰ ਬੱਚੋ ਇਸ ਲਈ ਉਸ ਦੀ ਥੰਮ ਦੀ ਬਕਰ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਪੈਣਾ। ਪਹਿਲਾਂ ਜਿੰਨਾ ਬਕਰ ਸਤ੍ਹਾ ਦਾ ਖੇਤਰਫਲ ਆ ਗਿਆ ਤਾਂ ਉਸ ਨੂੰ ਅਸੀਂ 12.50 ਰੁਪਏ ਨਾਲ ਗੁਣਾ ਕਰ ਦੇਵਾਂਗੇ ਤਾਂ ਸਾਡੇ ਕੋਲੇ ਕੁੱਲ ਖਰਚ ਸਾਡੇ ਕੋਲੇ ਪ੍ਰਾਪਤ ਹੋ ਜਾਵੇਗਾ। ਤਾਂ ਬੱਚੋ ਬੇਲਣ ਦੀ ਥੰਮ ਦੀ ਉਚਾਈ ਹੈ 3.5 ਮੀਟਰ ਹੈ, ਬੇਲਣਕਾਰ ਥੰਮ ਦਾ ਵਿਆਸ 50 ਸੈਂਟੀਮੀਟਰ ਹੈ। ਤਾਂ ਬੱਚਿਓ ਅਰਧ ਵਿਆਸ ਸਾਡੇ ਕੋਲ ਕਿੰਨਾ ਹੋ ਗਿਆ 25 ਸੈਂਟੀਮੀਟਰ। ਤਾਂ 25 ਸੈਂਟੀਮੀਟਰ ਨੂੰ ਅਸੀਂ ਫਿਰ ਮੀਟਰਾਂ 'ਚ ਬਦਲਿਆ, ਕਿਉਂਕਿ ਜਿਹੜੀ ਉਚਾਈ ਹੈ ਉਹ ਮੀਟਰਾਂ ਦੇ ਵਿੱਚ ਹੈ ਅਤੇ ਜੋ ਅਰਧ ਵਿਆਸ ਹੈ ਉਹ ਸੈਂਟੀਮੀਟਰਾਂ 'ਚ ਹੈ। ਤਾਂ ਪਹਿਲਾਂ ਅਸੀਂ ਦੋਨਾਂ ਦੀਆਂ ਇਕਾਈਆਂ ਜਿਹੜੀਆਂ ਸਾਡੇ ਅਸੀਂ ਇਹਨਾਂ ਨੂੰ ਇੱਕੋ ਕਰਾਂਗੇ। ਤਾਂ ਸਾਡੇ ਕੋਲ ਅਰਧ ਵਿਆਸ 0.25 ਮੀਟਰ ਸਾਨੂੰ ਪ੍ਰਾਪਤ ਹੋ ਗਿਆ। ਤਾਂ ਥੰਮ ਦੀ ਬਕਰ ਸਤ੍ਹਾ ਦਾ ਖੇਤਰਫਲ 2πrh। ਤਾਂ ਬੱਚੋ ਤੇ ਅਧਿਆਪਕ ਸਾਥੀਓ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮਾਫੀ ਚਾਹੁੰਦੇ ਤੋਂ ਜਿਹੜਾ ਕੁਛ ਸਲਾਈਡ ਦੇ ਵਿੱਚ ਪ੍ਰੋਬਲਮ ਆ ਗਈ। ਤਾਂ ਅਗਲੇ ਹਫਤੇ ਅਸੀਂ ਇਸ ਚੈਪਟਰ ਨੂੰ ਅੱਗੇ ਤੋਰਾਂਗੇ। ਤਾਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਆਇਆ ਹੋਣਾਗਾ। ਅਤੇ ਬੱਚੇ ਤੁਸੀਂ ਅਭਿਆਸ ਦੇ ਬਾਕੀ ਸਵਾਲ ਜ਼ਰੂਰ ਕਾਪੀ 'ਤੇ ਹੱਲ ਕਰਨੇ ਹੈਗੇ। ਅਤੇ ਅਗਲੇ ਹਫਤੇ ਅਸੀਂ ਇਸ 'ਤੇ ਮਤਲਬ ਸਰਫੇਸ ਏਰੀਆ ਜੋ ਅੱਗੇ ਬਾਕੀ ਸਾਰੇ ਕੋਲ ਰਹਿ ਗਏ, ਜਿਵੇਂ ਸ਼ੰਕੂ ਰਹਿ ਗਿਆ, ਸਾਡੇ ਕੋਲ ਘਣਾਵ ਰਹਿ ਗਿਆ, ਉਹਨਾਂ ਬਾਰੇ ਪੜ੍ਹਾਂਗੇ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।